ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਭਾਈ ਭਗੀਰਥ ਜੀ ਦੇ ਪਹਿਲੇ ਭਾਗ ਤੋਂ ਬਾਅਦਲਾ ਹਿੱਸਾ ਆਓ ਪਿਆਰ ਨਾਲ ਸਰਵਣ ਕਰੀਏ ਜੀ। ਗੁਰੂ ਸੱਚਾ ਪਾਤਸ਼ਾਹ ਆਪਣੀ ਸਰੀਰਕ ਅਵਸਥਾ ਕਰਕੇ ਭਰ ਜਵਾਨੀ ਵਿੱਚ ਹੈ। ਸੋਹਣਾ ਸੋਹਣਾ ਜੋਬਨ ਹੁਲਾਰਿਆਂ ਵਿੱਚ ਹੈ, ਪਰ ਹੁਲਾਰੇ ਮਨ ਤੇ ਬਾਹਰ ਨੂੰ ਗਤੀ ਲੈਣ ਦੀ ਕਿਸਮ ਦੇ ਨਹੀਂ। ਆਪੇ ਵਿੱਚ ਰਹਿ ਕੇ ਆਪੇ ਦੇ ਸਰੂਪ ਵਿੱਚ ਦੇ ਹਨ। ਆਤਮ ਪ੍ਰਭਾਵ ਇਹਨਾਂ ਤੋਂ ਬਾਹਰ ਨੂੰ ਆਪੇ ਡੁੱਲ ਪੈਂਦਾ ਹੈ। ਜਿਵੇਂ ਫੁੱਲ ਦੀ ਖੁਸ਼ਬੂ ਉਸ ਦੇ ਆਪੇ ਵਿੱਚੋਂ ਬਾਹਰ ਨੂੰ ਉਮਲਦੀ ਹੈ। ਮੋਦੀਖਾਨੇ ਦਾ ਕੰਮ ਹੈ, ਸਿਪਾਹ ਨੂੰ ਰਸਦ ਦੇਣੀ ਹੈ ਤੇ ਨਵਾਬ ਦੇ ਘਰ ਵੀ ਅੰਨ ਦਾਣਾ ਜਾਣਾ ਹੈ। ਇਹ ਰੁਝੇਵਾਂ ਹੈ ਤੇ ਇਹ ਪ੍ਰਵਿਰਤੀ ਹੈ। ਫਿਰ ਪ੍ਰਵਿਰਤੀ ਵਿੱਚ ਦੂਜੀ ਪ੍ਰਵਿਰਤੀ ਹੋਰ ਹੈ ਜੋ ਅੰਤਰਮੁਖਤਾ ਦੀ ਸਹਾਇਤਾ ਵਾਲੀ ਹੈ। ਸਾਧੂ ਸੰਤ ਲੋੜਵੰਦ ਆਉਂਦੇ ਹਨ, ਉਹਨਾਂ ਨੂੰ ਵੀ ਰਸਦ ਦੇਣੀ ਹੁੰਦੀ ਹੈ, ਪਰ ਇਹ ਅਰਸ਼ੀ ਮੋਦੀ ਦੇ ਆਪਣੇ ਨਾਂ ਪੈਂਦੀ ਹੈ। ਹਾਂ, ਆਉਂਦੇ ਹਨ ਜਗਿਆਸੂ ਤੇ ਨਾਲ ਮੰਗਦੇ ਹਨ ਸਤਸੰਗ, ਮੰਗਦੇ ਹਨ ਦੁੱਖ ਨਿਵਰਤੀ, ਮੰਗਦੇ ਹਨ ਸੁਖ ਤੇ ਗੁਰੂ ਬਾਬਾ ਦਿੰਦਾ ਹੈ ਖਿੜੇ ਮੱਥੇ। ਪਰ ਇਹ ਸਭ ਕੁਝ ਆਪੇ ਵਿੱਚੋਂ ਦਿੰਦਾ ਹੈ ਤੇ ਆਪਣੇ ਕੋਲੋਂ ਦਿੰਦਾ ਹੈ। ਸੋ ਦਿਨੇ ਰੁਝੇਵਾਂ ਹੈ, ਪਰ ਰੁਝੇਵੇਂ ਵਿੱਚ ਇੱਕ ਸੋਹਣਾ ਰੁਝੇਵਾਂ ਦਾਨ ਦੇਣ ਦਾ ਜਾਰੀ ਰਹਿੰਦਾ ਹੈ। ਕੰਮੋਂ ਵੇਲੇ ਆਉਂਦੇ ਹੀ ਸਤਸੰਗ ਲੱਗ ਜਾਂਦਾ ਹੈ, ਕੀਰਤਨ ਆਉਂਦਾ ਹੈ, ਪ੍ਰੇਮੀ ਦੂਰੋਂ ਦੂਰੋਂ ਆ ਜਾਂਦੇ ਹਨ। ਫਿਰ ਰਹਿਣ ਬਸੇਰੇ ਤ੍ਰਿਪਹਿਰੇ ਵਜੇ ਆਪ ਜਾਗਦੇ ਤੇ ਸਾਈਂ ਨਾਲ ਜੁੜ ਬੈਠਦੇ ਹਨ। ਇਉਂ ਪ੍ਰਵਿਰਤੀ ਵੀ ਟੁਰ ਰਹੀ ਹੈ, ਨਿਰਵਿਰਤੀ ਰੂਪ ਪ੍ਰਵਿਰਤੀ ਸਤਸੰਗ ਵੀ ਜਾਰੀ ਹੈ ਤੇ ਨਿਰੋਲ ਨਿਰਵਿਰਤੀ ਦਾ ਅੰਤਰਮੁਖ ਪ੍ਰਵਾਹ ਵੀ ਜਾਰੀ ਹੈ। ਇਹ ਸਾਰਾ ਕੁਝ ਸਾਡੇ ਲਈ ਪੂਰਨੇ ਹਨ। ਦਿਨੇ ਕਾਰ ਕਰੀਏ ਪਰ ਅੰਦਰੋਂ ਗਾਫਲ ਨਾ ਹੋਈਏ। ਕਾਰ ਕਰੀਏ, ਉਪਕਾਰ ਵੀ ਕਰੀਏ, ਹਾਂ ਉਪਕਾਰ ਨਿਸ਼ਕਾਮ ਸੇਵਾ ਵਾਲਾ। ਰਾਤ ਗਾਫਲ ਨਾ ਸਮੀਏ, ਸਾਈਂ ਦੀ ਯਾਦ ਵਿੱਚ ਪਰੋਤੇ ਸਮੀਏ ਤੇ ਅੰਮ੍ਰਿਤ ਵੇਲੇ ਨਿਰੋਲ ਸਾਈਂ ਦੇ ਪ੍ਰੇਮ ਵਿੱਚ ਲੱਗ ਪਈਏ। ਗੁਰੂ ਬਾਬਾ ਸਾਡੇ ਲਈ ਪੂਰਨੇ ਵਾਰਿਆ ਹੈ ਤੇ ਆਪ ਹੈ ਆਪਣੇ ਸਰੂਪ ਵਿੱਚ ਸਾਈਂ ਰੂਪ, ਸਦਾ ਅਹਲ ਅਟਲ ਅਡੋਲ ਤੇ ਫਿਰ ਸਾਰੇ ਪਸਾਰੇ ਦਾ ਗੁਰੂ ਤਾਰਨਹਾਰ। ਮਹਾਨ ਉਪਕਾਰੀ ਕਿਰਿਆ ਵਿੱਚ ਲੱਗ ਰਿਹਾ ਹੈ, ਅਵਤੂਤ ਰੂਪ ਰਸਾਲ। ਸਤਸੰਗ ਦਾ ਪ੍ਰਵਾਹ ਜਾਰੀ ਹੈ ਤੇ ਹੋਰਨਾਂ ਪ੍ਰੇਮੀਆਂ ਦੇ ਨਾਲ ਭਗੀਰਥ ਪਾਸ ਰਹਿੰਦਾ ਇੱਕ ਵੰਨਗੀ ਦਾ ਸਿੱਖ ਤਿਆਰ ਹੋ ਗਿਆ ਹੈ। ਇਨੀ ਦਿਨੀ ਇੱਕ ਖੱਤਰੀ ਜੋ ਗਰੀਬ ਨਿਰਧਨ ਸੀ ਤੇ ਖਰਾ ਆਜਜ਼ ਸੀ, ਜਿਸ ਦੇ ਘਰ ਇੱਕ ਬੇਟੀ ਵਿਆਹੁਣ ਯੋਗ ਸੀ ਤੇ ਉਸ ਪਾਸ ਕੁਛ ਨਹੀਂ ਸੀ। ਖੱਤਰੀ ਨਕ ਨਮੂਜ ਵਾਲਾ ਤੇ ਕਾਕੀ ਮੰਗੀ ਹੋਈ ਸੀ। ਵਿਆਹ ਨੇੜੇ ਸੀ ਤੇ ਮੁਸ਼ਕਿਲ ਸੀ ਬੜੀ। ਨਾ ਵਿਆਹ ਜੋਗਾ ਧਨ ਸੀ, ਨਾ ਕੁੜਮਾਈ ਛੁੱਟੀ ਤੇ ਧੀ ਦੇ ਫਿਰ ਕਿਤੇ ਚੰਗੇ ਥਾਂ ਮੰਗਾਵਣ ਦੀ ਆਸ ਸੀ। ਉਹ ਗੁਰੂ ਬਾਬੇ ਦਾ ਕਦਰਦਾਨ ਤੇ ਪਿਆਰ ਕਰਨ ਵਾਲਾ ਸੀ। ਅਤ ਕਠਿਨਾਈ ਵਿੱਚ ਉਸਨੇ ਆ ਕੇ ਗੁਰੂ ਸਾਹਿਬ ਅੱਗੇ ਆਪਣੀ ਮੁਸ਼ਕਿਲ ਆਖੀ। ਉਹ ਅਰਜ਼ ਗੁਜ਼ਾਰਨ ਲੱਗਾ ਕਿ ਪਾਤਸ਼ਾਹ, ਕਾਕੀ ਦਾ ਕਾਜ ਸੰਬੰਧੀਆਂ ਜੋੜ ਕੱਤਿਆ ਹੈ ਤੇ ਕਾਜ ਉੱਤੇ ਲੱਗਣੇ ਹਨ ਰੁਪਏ ਤੇ ਮੇਰੇ ਪਾਸ ਹੈ ਰੁਪਿਆਂ ਦੀ ਅਣਹੋਂਦ। ਸੋ ਤੇਰੇ ਦਰ ਹੀ ਅਰਜ਼ ਹੈ, ਮੇਰ ਹੋ ਜਾਏ ਤਾਂ ਕਾਕੀ ਦਾ ਡੋਲਾ ਉਠਾ ਦਿਆਂ। ਮੋਦੀਖਾਨੇ ਵਾਲੇ ਉਪਕਾਰੀ ਸਤਿਗੁਰ ਨੇ ਤੱਕਿਆ। ਹਾਂ, ਨਜ਼ਰ ਦੇ ਨਿਸ਼ਾਨੇ ਹੇਠਾਂ ਆ ਗਿਆ ਭਗੀਰਥ। ਬੋਲੇ, ਭਗੀਰਥ ਪੁਰਖਾ, ਲਿਖ ਵਿਆਹ ਦੀ ਸੌਜ ਜੋ ਇਹ ਆਖੇ। ਜੋ ਕੁਝ ਲਿਖੋ ਗੀਜੇ ਵਿੱਚ ਪਾਓ ਤੇ ਵਾਂਸਲੀ ਵਿੱਚ ਪਾ ਲਓ ਰੁਪਏ। ਟੁਰ ਪਾਓ ਲਾਹੌਰ ਨੂੰ ਤੇ ਸਭ ਕੁਝ ਖਰੀਦ ਕੇ ਮੁੜ ਆਓ, ਪਰ ਲਾਹੌਰ ਇੱਕ ਰਾਤ ਤੋਂ ਵਧੇਕ ਨਹੀਂ ਰਹਿਣਾ।
सिर धर के हुक्म, जेब पा के कागज ते बांसली पा के रुपए। सिमरन विच रता भगीरथ तुर पिया लाहौर नूं। 2 रातां राह विच रह के पहुंच गया लाहौर ते साईं दी अगवानी विच एक धनी व्यापारी दे अपड़ पिया। विआह दी सौज दा कागज उसदे अगे धर के बोलिया, सजना ये सारा समान खरीद दे, माल खरीद दे चंगा, पदार्थ लगे घट तो घट ते मुल होवे इको। सच्चा सच्चा विहार कर, तू भी सुखी ते मैं भी सुखी। व्यापारी जिस दा नां सी मनसुख कहण लगा, जिवें कहंदे हो जाएगा। तुसी करो डेरा, हुण है संझा आ रही, रात टिको, सारा समान 1-2 दिनां विच चंगे तो चंगा मिल जाएगा ते तैयार होने वाला तैयार हो जाएगा। भगीरथ, सजना मैं एक रात तो वधीक इत्थे रह नहीं सकदा। मनसुख सोच सोच के, क्यों उपरांत ना करो, ये अपना घर समझो। जेड़े 2-3 दिन लगणगे तुहानू कोई खेचल नहीं होण लगी, अपने घर वांगू ही सुखी रह सो। भगीरथ, इस गल दी विचार तां कोई नहीं, पर मैं इत्थे रह ही एक रात सकदा हां। मनसुख, इउं करो कि इत्थे एक रात वधेरे रह लओ, मैं कम छेती करवा लैसां ते रस्ते विचों समां कढ लविओ जे। तुसी तुरदे ना जाना, यक्के जांदे हन त्रिखे मुल्तानी घोड़ियां वाले, नाले सौज लद देंगे नाले तुसी बह जाना। रस्ते विच उन्हां दे टिकाणे हन, घोड़ी वट्टा भी लैंदे हन, इउं दिहाड़ी 40-50 को लंघ जांदे हन। भगीरथ, पर सजना मैनू लाहौर विच इको रात रहण दा हुक्म है। मनसुख, है क्यों? कि तुसी लोधी दे नौकर हो ते उसदा हुक्म है? पर क्यों? मैं इस करके आखदा हां कि चूड़ा जिहो जिहा तुसां किया है उस ते चिर लगना है। होर भी अक्सर कोई शै तैयार मिलदी है, कोई करवाणी पैंदी है। भगीरथ, जे लोधी दा हुक्म हुंदा तां उसदे नौकर नूं 100 बहाना बन सकदा सी। मेरा हाकम वडेरा है ते हुक्म अदूली विच मेरा जन्म बाद जांदा है। मनसुख हैरान हो के, दौलत खां लोधी तो वड्डा तां दिल्ली दे तख्त वाला है, तुसी सुल्तानपुरों आए हो, फिर उसदी हुक्म अदूली नाल दुख तां हो सकदा है, पर जन्म बिरथा किवें? भगीरथ, मेरा हाकम दिल्ली वाले तो भी वड्डा है ते जन्म बिरथा इस करके कि मेरा जन्म सवरिया ही उसकी आज्ञा मन के है। जो सुख मैं आज्ञा मन के पाया है, जन्म दे तप हठ नाल नहीं सी पाया। मैं अपणत दी पकड़ छड्डी है ते गुरमत नाल सुखी होया हां। मैनू मेरे गुरु दा हुक्म इको रात दा है, हुक्म मोड़ना जन्म खोना है। मनसुख, गुरमत? कल्लू काल विच कौन गुरु मत देण वाला उपजिया है? थान टिकाणे सब भ्रिष्ट हो रहे हन, पखंडी जाल विछा रहे हन, थां थां जाल तणे हन। सज्जन जी, लगदे तां सुचेत हो, पर गल्लां अटपटियां कर रहे हो। भगीरथ, सच क्या है तुसां ने? जग वर्तारा ऐसा ही है, पर मनसुख जी मेरा साहिब पूरा है, कली काल विच आप उतरिया है, गुरु अवतार पूरा। मनसुख, सजना मैं भी शौक वाला बंदा हां, मैं टोल कीती है, टोल टाल के हर थां बनावटां तकियां हन, हार के बह गया हां। होवेगा दयाल तां देगा बुला के, सिर फेर के, कौन है कलयुग विच पूरा? भगीरथ, सज्जन जी जिस दी गल मैं कीती है
ਸੋ ਗੋਬਿੰਦ ਰੂਪ ਕਲੀ ਕਾਲ ਵਿੱਚ ਆਪ ਪ੍ਰਗਟਿਆ ਹੈ ਤੇ ਸਾਧਾਰਨ ਦਿਨ ਬਤੀਤ ਕਰ ਰਿਹਾ ਹੈ, ਪਰ ਹੈ ਜੋਤ ਨਿਰੰਜਨੀ। ਜੇ ਉਸ ਵਿੱਚ ਸ਼ਰਧਾ ਧਾਰ ਕੇ ਪਿਆਰ ਕਰੋ ਤਾਂ ਸੁਖੀ ਹੋ ਜਾਓ, ਮਨਸੁਖ। ਤੇ ਜੇ ਸ਼ਰਧਾ ਨਾ ਤਾਰਾਂ ਪਰਤਾਵਾ ਲਵਾਂ, ਜੇ ਮੇਰੀ ਨਿਸ਼ਾ ਹੋਵੇ ਤਾਂ ਮੰਨਾਂ, ਇਉਂ ਵੀ ਉੱਥੇ ਹੋ ਸਕਦਾ ਹੈ ਕੁਛ ਪੂਰੀ ਕਲਾ। ਭਗੀਰਥ, ਨਿਸੰਗ ਜਿਵੇਂ ਜੀਵ ਤਾਰੋਗੇ ਪਾਓਗੇ। ਮਨਸੁਖ, ਤੁਸੀਂ ਸੱਚ ਆਖਦੇ ਹੋ, ਸੱਚ ਹੀ ਆਖਦੇ ਹੋ, ਪਰ ਦੁੱਧ ਨਾਲ ਜਲਿਆ ਛਾਹ ਫੂਕ ਫੂਕ ਪੀਣ ਵਾਲੀ ਗੱਲ ਹੈ। ਹਾਂ, ਮੈਂ ਪਤੀਤ ਜਾਸਾਂ ਜੇ ਮੈਨੂੰ ਕੋਈ ਕਲਾ ਦਿਖਾ ਦਿੱਤੀ ਉਹਨੇ ਤਾਂ। ਭਗੀਰਥ, ਅਜ਼ਮਤ ਕਰਾਮਾਤ ਇਹ ਸ਼ੈ ਤੁੱਛ ਹੈ ਉੱਥੇ। ਮਨ ਦਾ ਸੁਖ ਜੋ ਉੱਥੇ ਹੈ, ਹਜ਼ਾਰ ਕਰਾਮਾਤ ਹੈ। ਪਰ ਜੇ ਤੇਰੀ ਸ਼ਰਧਾ ਇਸੇ ਸ਼ਰਤ ਨੇ ਬਣਨੀ ਹੈ ਤਾਂ ਚਲੋ ਦੇਖੋ। ਮਨਸੁਖ, ਚੰਗੀ ਗੱਲ। ਹੁਣ ਐਂ ਕਰੀਏ ਕਿ ਭੋਜਨ ਪਾਓ ਤੇ ਸਹਿ ਜਾਓ। ਸਵੇਰੇ ਸਭ ਸਮੱਗਰੀ ਤਿਆਰ ਹੋ ਜਾਸੀ। ਚੂੜਾ ਮੇਰੇ ਪਾਸ ਇੱਕ ਬਣਿਆ ਪਿਆ ਵੀ ਹੈ, ਸੋ ਮੈਂ ਉਹ ਵੀ ਭੇਟਾ ਵਜੋਂ ਲੈ ਚਲਸਾਂ। ਇਉਂ ਕੱਲ ਹੀ ਟੁਰ ਪਵਾਂਗੇ। ਤੁਸਾਂ ਦੀ ਪ੍ਰਤਿਗਿਆ ਵੀ ਨਾ ਭੰਗ ਹੋਸੀ ਤੇ ਮੈਂ ਵੀ ਜੀਵਨ ਦਾ ਲਾਹਾ ਜੇ ਮੇਰੇ ਨਸੀਬਾਂ ਵਿੱਚ ਹੈ ਤਾਂ ਲੈ ਲਵਾਂਗਾ। ਜਦੋਂ ਤ੍ਰਿਪਹਿਰਾ ਵੱਜਾ, ਭਗੀਰਥ ਉੱਠ ਕੇ ਬਹਿ ਗਿਆ। ਉਸ ਦੇ ਮੁਖ ਤੋਂ ਸਾਈਂ ਨਾਮ ਨਿਕਲਿਆ ਤੇ ਫਿਰ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੇ ਨਿਤਨੇਮ ਮੁਜਬ ਵਾਹਿਗੁਰੂ ਨਾਮ ਵਿੱਚ ਸੁਰਤ ਜੋੜ ਕੇ ਲਿਵ ਵਿੱਚ ਹੋ ਗਿਆ। ਮਨਸੁਖ ਨੇ ਇਹ ਵੀ ਸਾਰਾ ਕੁਝ ਡਿੱਠਾ, ਰਾਤ ਦੀ ਬਾਤਚੀਤ ਵੀ ਸੁਣੀ ਸੀ, ਔਰ ਗੱਲਬਾਤ ਰੰਗ ਢੰਗ ਤੋਂ ਵੀ ਉਸਨੂੰ ਭਗੀਰਥ ਦੀ ਸੱਚਾਈ ਤੇ ਖਰੇਪਨ ਦਾ ਅਸਰ ਪਿਆ ਸੀ। ਉਸ ਦੇ ਦਿਲ ਨੂੰ ਹੁਣ ਅੰਦਰੋਂ ਚਾਹਨਾ ਹੋ ਆਈ ਤੇ ਤ੍ਰਿਖੀ ਚਾਹਨਾ ਹੋਈ ਕਿ ਸੁਲਤਾਨਪੁਰੇ ਚਲੇ। ਦਿਨ ਚੜ੍ਹਦੇ ਹੀ ਉਸਨੇ ਸਾਰਾ ਸਾਮਾਨ ਵਿਆਹ ਦਾ ਖਰੀਦ ਲਿੱਤਾ। ਚੂੜਾ ਘਰੋਂ ਆਪਣੇ ਅੰਦਰੋਂ ਲਿਆ ਤੇ ਦੁਕਾਨ ਮੁਨੀਬਾ ਤੇ ਛੱਡ ਕੇ ਭਗੀਰਥ ਦੇ ਨਾਲ ਲੋਢੇ ਪੈਰ ਟੁਰ ਪਿਆ। ਰਾਤ ਪੈਂਦੇ ਸਾਰ ਦੋਏ ਨੇਸ਼ਟੇ ਆ ਪਹੁੰਚੇ। ਤ੍ਰਿਖੇ ਘੋੜੇ ਵਾਲੇ ਯੱਕੇ ਦੀ ਸਵਾਰੀ ਸੀ। ਪੈਂਡਾ ਛੇਤੀ ਮੁੱਕ ਗਿਆ। ਰਾਤ ਅੰਨ ਪਾਣੀ ਪਾ ਕੇ ਜਾਂ ਸੌਣ ਲੱਗੇ ਤਾਂ ਆਪੋ ਵਿੱਚ ਗੱਲਬਾਤ ਛਿੜ ਪਈ। ਮਨਸੁਖ ਦਾ ਸ਼ੌਕ ਵਧ ਰਿਹਾ ਸੀ ਤੇ ਉਹ ਭਗੀਰਥ ਦੀ ਸਿਰ ਬੀਤੀ ਵੇਰਵੇ ਨਾਲ ਪੁੱਛਦਾ ਤੇ ਸਮਝਦਾ ਸੀ। ਮਨਸੁਖ, ਮੈਂ ਸਾਰੀ ਵਿਥਿਆ ਸਮਝੀ ਹੈ। ਮੈਨੂੰ ਵੀ ਕਿਸੇ ਨੇ ਸ਼ਕਤੀ ਪੂਜਾ ਦੱਸੀ ਸੀ, ਮੈਂ ਤਾਂ ਨਹੀਂ ਸੀ ਮੰਨੀ, ਕਿਉਂਕਿ ਮੈਨੂੰ ਮੂਰਤੀ ਪੂਜਾ ਦਿਲੋਂ ਨਹੀਂ ਸੀ ਭਾਉਂਦੀ ਤੇ ਪਰਮੇਸ਼ਰ ਤੋਂ ਛੁੱਟ ਕਿਸੇ ਹੋਰ ਦੀ ਆਰਾਧਨਾ ਵੱਲ ਮੇਰਾ ਰੁਖ ਨਹੀਂ ਸੀ। 8 ਜੋਗ ਦੇ ਕਈ ਰੂਪ ਰੰਗ ਮੈਂ ਵੇਖੇ ਹਨ। ਉਹ ਤਾਂ ਕਰਨੇ ਚਾਹੀਏ ਜੇ ਗ੍ਰਸਥ ਵਿੱਚ ਨਾ ਰਹਿਣਾ ਹੋਵੇ। ਜੇ ਕਰੋ ਤਾਂ ਪ੍ਰਾਪਤੀ ਕੀ ਹੈ? ਜੋ ਕਨਪਾਟੀਆਂ ਜੋਗੀਆਂ ਨੂੰ ਹੈ, ਪੀਂਦੇ ਹਨ, ਮਸਤ ਹੁੰਦੇ ਹਨ, ਕ੍ਰੋਧ ਬਹੁਲਤਾ ਨਾਲ ਹੁੰਦਾ ਹੈ ਤੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦੱਸਦੇ ਹਨ। ਇੱਕ ਬੜੇ ਜੋਗੀ ਨੇ, ਜੋ ਚੰਗਾ ਆਦਮੀ ਸੀ, ਦੱਸਿਆ ਸੀ ਕਿ ਜੋ ਆਤਮ ਨਿਗ੍ਰਹਿ ਲਈ ਯੋਗ ਸਾਧਨ ਕਰਦੇ ਹਨ, ਸੋ ਵੀ ਇੰਦਰੀਆਂ ਨੂੰ ਸਿਥਲ ਕਰਦੇ ਹਨ ਤੇ ਅਭਿਆਸ ਇਸੇ ਗੱਲ ਦਾ ਹੁੰਦਾ ਹੈ ਕਿ ਇੱਛਾ ਅਨੁਸਾਰ ਇੰਦਰ ਸਿਥਲ ਹੋ ਜਾਣ। ਪਰ ਰਾਜ ਯੋਗ ਹੋਰ ਸ਼ੈ ਹੈ। ਫਿਰ ਰਾਜ ਯੋਗ ਦੇ ਦਾਅਵੇਦਾਰ ਭੇਖੀ ਛੱਡ ਕੇ ਵੀ ਹੋਰਨਾਂ ਗੱਲਾਂ ਵਿੱਚ ਹਨ। ਅਸਲ ਗੱਲ ਇਹ ਹੈ ਕਿ ਯੋਗ ਜੈਸਾ ਯੋਗ ਦਰਸ਼ਨ ਨੇ ਕਿਹਾ ਹੈ ਮਿਲਦਾ ਨਹੀਂ। ਬਾਕੀ ਥੋੜੀ ਪ੍ਰਕਿਰਿਆ ਧਿਆਨ ਜੋੜਨ ਦੀ ਤੇ ਨਾਲ ਹੋਰ ਸਾਧਨ ਦੱਸੇ ਜਾਂਦੇ ਹਨ, ਸੋ ਵੀ ਪਰਚਾਵੇ ਵੇਖੇ ਹਨ। ਮੇਰਾ ਸ਼ੌਕ ਸੀ ਕਿ ਕੋਈ ਵੇਖਾਂ ਜੋ ਵਾਸ਼ਨਾ ਤੇ ਵਸੀਕਾਰ ਰੱਖਦਾ ਹੋਵੇ, ਜਿਸ ਦਾ ਜੀਵਨ ਪਵਿੱਤਰ ਹੋਵੇ, ਜੋ ਮੋਹ ਮਾਇਆ ਦਾ ਜਿਤਈਆ ਹੋਵੇ ਤੇ ਫਿਰ ਜਿਸ ਦਾ ਮਨ ਸਾਈਂ ਨਾਲ ਲੱਗਾ ਹੋਵੇ। ਪਰ ਮੈਨੂੰ ਅਜੇ ਲੱਜਾ ਨਹੀਂ। ਭਗੀਰਥ, ਠੀਕ ਹੈ, ਮੰਗ ਤੇ ਢੂੰਡ ਤੇਰੀ। ਹੇ ਮਨਸੁਖ, ਗੁਰੂ ਨਾਨਕ ਜੀ ਆਪ ਕਿਰਤੀ ਹਨ, ਮੋਦੀਖਾਨਾ ਟੋਰਦੇ ਹਨ, ਸਾਰਾ ਦਿਨ ਕੰਮ ਕਰਦੇ ਹਨ, ਪਰ ਸਾਰਾ ਦਿਨ ਸੁਰਤ ਸਾਈਂ ਵਿੱਚ ਰਹਿੰਦੀ ਹੈ। ਉਂਝ ਤਾਂ ਤੋਲਣ ਤੱਕਣ ਨੂੰ ਉਹਨਾਂ ਪਾਸ 2 ਤੜਵਾਈ ਹਨ,
ਪਰ ਕਦੇ ਮੌਜ ਨਾਲ ਆਪਣੀ ਗੱਦੀ ਤੋਂ ਉੱਠ ਕੇ ਤੋਲਣ ਵੀ ਆ ਬਹਿੰਦੇ ਹਨ। ਮੈਂ ਡਿੱਠਾ ਹੈ ਕਿ ਕਈ ਵਾਰ ਤੋਲਦੇ ਜਦ 13 ਤੇ ਆਉਂਦੇ ਹਨ ਤਾਂ 13 ਦੀ ਥਾਂ 13 ਕਹਿਣ ਲੱਗ ਜਾਂਦੇ ਹਨ ਤੇ ਕਹਿੰਦੇ ਕਹਿੰਦੇ ਤਾਰ ਵੱਜ ਕੇ ਅੱਖੀ ਜੁੜ ਜਾਂਦੀਆਂ ਹਨ। ਤਕੜੀ ਰਹਿ ਜਾਂਦੀ ਹੈ ਤੇ ਕਿੰਨਾ ਚਿਰ ਉਸੇ ਰੰਗ ਲੰਘ ਜਾਂਦਾ ਹੈ। ਇਸ ਤਰ੍ਹਾਂ ਜੇ ਕਦੀ ਪਾ ਦੇ ਵੱਟੇ ਨੂੰ ਹੱਥ ਲੱਗ ਜਾਂਦਾ ਹੈ ਤਾਂ ਕਹਿੰਦੇ ਹਨ ਧੰਨ ਪਾ, ਹਾਂ ਪਾ ਸਾਈਆਂ, ਪਾ ਮੇਰਾਂ ਦੀ ਨਜ਼ਰ ਪਾ। ਫਿਰ ਦੇਖੋ ਕੰਮ ਛੱਡਦੇ ਸਾਰ ਕੀਰਤਨ ਆਰੰਭ ਹੋ ਜਾਂਦਾ ਹੈ। ਅੱਧੀ ਰਾਤ ਮਗਰੋਂ ਤੀਜੇ ਪਹਿਰ ਘਰ ਸ਼ਹਿਰ ਛੱਡ ਨਦੀ ਕਿਨਾਰੇ ਜਾ ਬੈਠਦੇ ਹਨ। ਕੀ ਦੱਸਾਂ, ਅਚਰ ਤਰ੍ਹਾਂ ਦਾ ਜੀਵਨ ਹੈ। ਗ੍ਰਹਿਸਤੀ ਹਨ ਪਰ ਮੋਹ ਨਹੀਂ। ਪਦਾਰਥ ਕਮਾਉਂਦੇ ਹਨ ਪਰ ਸਾਰਾ ਅਭਿਆਗਤਾਂ ਤੇ ਸਤਸੰਗ ਦੇ ਕੰਮਾਂ ਤੇ ਲੱਗਦਾ ਹੈ। ਕਈ ਵਾਰ ਸ਼ਿਕਾਇਤਾਂ ਹੋ ਚੁੱਕੀਆਂ ਹਨ ਕਿ ਮੋਦੀ ਖਾਨਾ ਉਜਾੜਦਾ ਹੈ, ਪਰ ਜਦੋਂ ਮੁਹਾਸਿਲ ਲੇਖਾ ਕਰਦੇ ਹਨ ਤਾਂ ਮਾਲ ਤੇ ਨਕਦੀ ਠੀਕ ਨਿਕਲਦੀ ਹੈ ਤੇ ਖਾਤੇ ਵਿੱਚ ਸਤਿਗੁਰ ਦਾ ਕੁਝ ਜਮਾ ਹੀ ਨਿਕਲਦਾ ਹੈ। ਕੋਈ ਇਲਾਹੀ ਬਰਕਤ ਹੈ। ਮੱਥਾ ਨੂਰ ਚਮਕਦਾ ਹੈ। ਹੱਥਾਂ ਵਿੱਚ ਇਲਾਹੀ ਬਰਕਤ ਹੈ। ਜਿਸ ਦੇ ਸਿਰ ਹੱਥ ਧਰ ਦੇਣ ਨਿਹਾਲ ਕਰ ਦਿੰਦੇ ਹਨ। ਸਾਧਨ ਤੱਕੋਂ ਤਾਂ ਹਠ ਯੋਗ ਤੱਕ ਵੀ ਕਰ ਚੁੱਕੇ ਹਨ। ਹੋਰ ਸਾਰੇ ਸਾਧਨ ਕਮਾ ਚੁੱਕੇ ਹਨ। ਆਤਮਾ ਦੀ ਕਲਿਆਣ ਵਾਸਤੇ ਦੱਸਦੇ ਹਨ ਕਿ ਉਹਨਾਂ ਦੀ ਲੋੜ ਨਹੀਂ ਹੈ। ਇੱਕ ਦਿਨ ਇੱਕ ਬੜੇ ਹੁਜਤੀ ਨਾਲ ਗੱਲਾਂ ਕਰਦੇ ਮੈਂ ਸੁਣੇ। ਆਪ ਫਰਮਾ ਰਹੇ ਸੇ ਕਿ ਸਾਰੇ ਜਗਤ ਦੇ ਲੋਕ ਜੋਗੀ ਨਹੀਂ ਹੋ ਸਕਦੇ, ਸਾਰੇ ਧਿਆਨੀ ਨਹੀਂ ਹੋ ਸਕਦੇ, ਸਾਰੇ ਤਿਆਗੀ ਸੰਨਿਆਸੀ ਨਹੀਂ ਹੋ ਸਕਦੇ। ਫਿਰ ਤੱਕੋ ਇਹ ਸਾਧਨ ਕਰਨ ਵਾਲੇ ਸਾਰੇ ਭਾਈਚਾਰਾ ਛੋੜ ਕੇ ਬੰਨੀ ਜਾਂ ਵਸਦੇ ਹਨ। ਜਿੱਥੋਂ ਭਾਈਚਾਰਾ ਚੰਗੇ ਮਨੁੱਖਾਂ ਤੋਂ ਖਾਲੀ ਹੋ ਜਾਂਦਾ ਹੈ। ਸਾਧਨ ਉਹ ਚਾਹੀਏ ਕਿ ਜੋ ਸਭ ਕੋਈ ਜੋ ਕਰਨਾ ਚਾਹੇ ਕਰ ਸਕੇ ਤੇ ਗ੍ਰਹਿਸਥ ਵਿੱਚ ਰਹਿ ਕੇ ਕਰ ਸਕੇ। ਫਿਰ ਸਰੀਰ ਦੇ ਇੰਦਰੀ ਸਥਿਲ ਕਰਕੇ ਤਾਕਤਾਂ ਪੈਦਾ ਕਰਨ ਵੱਲ ਪੈਣਾ ਕਲਿਆਣ ਦਾ ਹੇਤੂ ਨਹੀਂ। ਕਲਿਆਣ ਤਾਂ ਆਤਮ ਪਦ ਵੱਲ ਉੱਠਣ ਨਾਲ ਹੈ। ਸੋ ਆਤਮਾ ਸਵੱਛ ਹੋਵੇ ਤੇ ਉਸ ਵਿੱਚ ਭਾਵ ਉਪਜੇ ਨਿਰੰਕਾਰ ਨੂੰ ਮਿਲਣ ਦਾ, ਉਹ ਭਾਵ ਪਰਮਾਤਮਾ ਨਾਲ ਮਿਲੇਗਾ। ਉਹ ਪਰਮੇਸ਼ਰ ਵੀ ਰੂਹ ਹੈ, ਆਤਮਾ ਹੈ, ਜਿੰਦ ਹੈ, ਅਰਥਾਤ ਚੇਤਨ ਹੈ। ਜਿਤਨੇ ਸ਼ੁਭ ਗੁਣ ਜੀਵ ਵਿੱਚ ਹਨ ਉਸ ਪਰਮਾਤਮਾ ਦੇ ਹੀ ਹਨ। ਤਾਂ ਤੇ ਪ੍ਰੇਮ ਕਰਨ ਤੇ ਪ੍ਰੇਮ ਕਰਵਾਉਣ ਦਾ ਗੁਣ ਵੀ ਉਸ ਪਰਮੇਸ਼ਰ ਦਾ ਹੈ ਤੇ ਪ੍ਰੇਮ ਕਰਨ ਵਾਲਿਆਂ ਦੇ ਭਾਵ ਅੱਗੇ ਉਸ ਪਰਮੇਸ਼ਰ ਦਾ ਪ੍ਰੇਮ ਰਸੀਜੇਗਾ। ਦੁਵੱਲੀ ਪ੍ਰੇਮ ਹੀ ਮਿਲਾਪ ਦਾ ਵਸੀਲਾ ਹੁੰਦਾ ਹੈ। ਮਾਂ ਨਾਲ, ਵੋਟੀ ਨਾਲ, ਔਲਾਦ ਨਾਲ ਪਿਆਰ ਕਰਨ ਦਾ ਤਜਰਬਾ ਹਰ ਕਿਸੇ ਨੂੰ ਹੈ ਹੀ। ਸਭ ਜਾਣਦੇ ਹਨ ਕਿ ਪਿਆਰ ਕੀ ਵਸਤੂ ਹੈ। ਜਾਣਦੇ ਨਹੀਂ, ਸਗੋਂ ਹਰ ਕਿਸੇ ਨੂੰ ਇਸ ਦਾ ਤਜਰਬਾ ਹੈ, ਨਿਜ ਗਿਆਨ ਹੈ। ਆਪਣੇ ਤਜਰਬੇ ਵਿੱਚ ਆਇਆ ਨਿਜ ਗਿਆਨ ਹੁੰਦਾ ਹੈ। ਸੋ ਇਸ ਪਿਆਰ ਨੂੰ ਕਰਤਾ ਪੁਰਖ ਵੱਲ ਵੀ ਲਾਇਆ। ਮਨਸੁਖ ਆਪ ਦੇ ਦਾਨ ਗੁਲਾਬ, ਮੈਂ ਗਲ ਟੁਕਦਾ ਹਾਂ। ਆਪ ਦੀ ਆਖੀ ਬਾਤ ਡਾਢੀ ਪਿਆਰੀ ਲੱਗੀ ਹੈ। ਪਰ ਦੱਸੋ ਨਾ ਕਿ ਪਿਆਰ ਦੇਖੀ ਵਸਤੂ ਨਾਲ ਲੱਗਦਾ ਹੈ, ਅਣਦੇਖੀ ਨਾਲ ਕਿਵੇਂ ਲੱਗੇ। ਭਗੀਰਥ ਅਣਦੇਖੀ ਤੇ ਦੇਖੀ ਦੋਵੇਂ ਪੱਤਾਂ ਦਿਸਣਹਾਰ ਜਗਤ ਦੀਆਂ ਵਸਤਾਂ ਨਾਲ ਬੋਲੀ ਦੇ ਹਨ ਤੇ ਨਿਰੰਕਾਰ ਦਿਸਣਹਾਰ ਤਾਂ ਨਹੀਂ ਨਾ, ਉਹ ਤਾਂ ਦੇਖਣਹਾਰ ਹੈ। ਸਾਨੂੰ ਉਹ ਦੇਖਦਾ ਹੈ ਤੇ ਅਸੀਂ ਉਸ ਨੂੰ ਨਹੀਂ ਦੇਖਦੇ। ਸਾਡੇ ਦੇਖਣੇ ਦਾ ਵਿਸ਼ਾ ਉਹ ਬਣ ਨਹੀਂ ਸਕਦਾ ਕਿਉਂਕਿ ਦਿਸਣਹਾਰ ਬਿਨਸਣਹਾਰ ਹੁੰਦਾ ਹੈ ਤੇ ਉਹ ਅਬਨਾਸੀ ਹੈ। ਸੋ ਹੁਣ ਸੋਚ ਦੀ ਗੱਲ ਇਹ ਹੈ ਕਿ ਉਹ ਦੇਖਣਹਾਰ ਸਾਥੋਂ ਦੂਰ ਨਹੀਂ, ਉਹ ਤਾਂ ਸਾਡੇ ਅੰਗ ਸੰਗ ਹੈ, ਸਾਡੇ ਅੰਦਰ ਬਾਹਰ ਹੈ। ਅਸੀਂ ਉਸ ਦੀ ਅੰਸ਼ ਹਾਂ। ਉਹ ਆਪਣੀ ਅੰਸ਼ ਤੋਂ ਵਿੱਥ ਤੇ ਨਹੀਂ ਵਸਦਾ। ਗੁਰੂ ਜੀ ਕਿਆ ਕਰਦੇ ਹਨ, ਉਹ ਕੁਦਰਤ ਦੇ ਵਿੱਚੇ ਵਸਦਾ ਹੈ, ਕੁਦਰਤ ਤੋਂ ਭਿੰਨ ਨਹੀਂ, ਆਪਣੀ ਕੀਤੀ ਤੋਂ ਵਿੱਥ ਤੇ ਨਹੀਂ ਵਸ ਰਿਹਾ। ਇਸ ਦਾ ਇਹ ਅਰਥ ਹੋਇਆ ਕਿ ਉਹ ਸਾਡੇ ਨਾਲ ਹੈ, ਅੰਗ ਸੰਗ ਹੈ, ਉਹ ਸਾਡੇ ਮਨ ਵਿੱਚ ਹੈ, ਸਾਡੇ ਅੰਤਿਕਰਨਾਂ ਦੇ ਅੰਦਰ ਹੈ ਤੇ ਬਾਹਰ ਕੁਦਰਤ ਵਿੱਚ ਵੀ ਹੈ। ਮਨਸੁਖ
ਫਿਰ ਅਸੀਂ ਵਿਛੋੜੇ ਵਿਥ ਵਿੱਚ ਕਿਉਂ ਹਾਂ, ਦੁਖੀ ਤੇ ਉਦਰੇਵੇਂ ਵਿੱਚ ਕਿਉਂ ਹਾਂ। ਭਗੀਰਥ, ਜਿਵੇਂ ਪਾਣੀ ਸਾਰੀ ਧਰਤੀ ਵਿੱਚ ਹੈ, ਪਰ ਸਾਰੇ ਧਰਤੀ ਤੇ ਬੈਠੇ ਪਿਆਸ ਨਾਲ ਮਰਦੇ ਹਨ। ਪਿਆਸ ਦਾ ਦੁੱਖ ਖੂਹ ਤੋਂ ਨਿਵਰਤ ਹੁੰਦਾ ਹੈ। ਇਹ ਇੱਕ ਸਮਝਣ ਲਈ ਮੈਂ ਮੋਟੀ ਗੱਲ ਆਖੀ ਹੈ। ਤਿਵੇਂ ਅੰਦਰ ਹੁੰਦੇ ਸੁਣਦੇ ਸਾਈਂ ਦੇ ਜੀਵ ਦੁਖੀ ਹਨ। ਕਾਰਨ ਇਹ ਹੈ ਕਿ ਉਹ ਤਾਂ ਸਾਡੇ ਪਾਸ ਹੈ ਤੇ ਅਸੀਂ ਇਹ ਗੱਲ ਭੁਲਾ ਛੱਡੀ ਹੈ। ਰੱਬ ਅੰਦਰ ਸਭ ਦੇ ਹੈ, ਪਰ ਉਹ ਸਾਡੇ ਚੇਤੇ ਵਿੱਚ ਨਹੀਂ ਵਸ ਰਿਹਾ। ਚੇਤੇ ਵਿੱਚ ਵਸ ਜਾਵੇ ਤਾਂ ਖੂਹ ਪੁੱਟਣ ਵਾਂਗੂ ਗੱਲ ਹੋ ਜਾਏਗੀ, ਅਰਥਾਤ ਉਸ ਦੀ ਸਾਨੂੰ ਪ੍ਰਾਪਤੀ ਦੀ ਸੂਰਤ ਬਚ ਜਾਏਗੀ। ਫਿਰ ਠੰਡ ਪਵੇਗੀ। ਦੇਖੋ, ਸਾਡਾ ਮਨ ਸਦਾ ਬਾਹਰ ਮੁਖੀ ਰਹਿੰਦਾ ਹੈ। ਸਾਡੇ ਇੰਦਰੇ ਬਾਹਰ ਨੂੰ ਧਾਉਂਦੇ ਹਨ। ਸੋ ਇੰਦਰੀਆਂ ਦੇ ਭੋਗਾਂ ਵੱਲ ਰੁਖ ਨੇ ਅਤੇ ਮਨ ਦੇ ਇਹਨਾਂ ਇੰਦਰੀਆਂ ਨੂੰ ਪ੍ਰੇਰ ਕੇ ਤੇ ਸਹਾਈ ਹੋਣ ਦੇ ਰੁਖ ਨੇ ਮਨ ਨੂੰ ਬਾਹਰ ਵੱਲ ਦਾ ਰੌਂ ਦਿੱਤਾ ਹੈ ਤੇ ਇਉਂ ਸਾਈਂ ਵੱਲੋਂ ਭੁੱਲ ਪਈ ਰਹਿੰਦੀ ਹੈ। ਇਹ ਭੁੱਲ ਹੈ ਵਿਥ, ਜੋ ਸਾਡੇ ਤੇ ਸਰਬ ਥਾਂ ਰਵਰੇ ਨਿਰੰਕਾਰ ਵਿੱਚ ਪੈ ਰਹੀ ਹੈ। ਭੁੱਲ ਦਾ ਉਲਟ ਹੈ ਯਾਦ। ਯਾਦ ਅੰਦਰ ਵਸਾਈਏ ਤਾਂ ਮਨ ਦਾ ਰੁਖ ਜੋ ਸਦਾ ਬਾਹਰ ਨੂੰ ਹੈ, ਉਸ ਵਿੱਚ ਅੰਤਰਮੁਖ ਹੋਣ ਦਾ ਗੁਣ ਆਵੇਗਾ। ਮਨ ਜੋ ਸਰੀਰ ਦੀ ਰੱਖਿਆ ਲਈ, ਸਰੀਰ ਦੀ ਪਾਲਣਾ ਲਈ ਤੇ ਸਰੀਰ ਦੇ ਭੋਗਾਂ ਲਈ ਬਾਹਰ ਨੂੰ ਰੁਖ ਬੰਨੀ ਰੱਖਦਾ ਹੈ, ਸਾਈਂ ਨੂੰ ਸਿਮਰਨ ਵੇਲੇ ਆਪਣੇ ਅੰਦਰ ਵੀ ਕਿਸੇ ਆਹਰੇ ਲੱਗਣ ਲੱਗ ਜਾਏਗਾ। ਉਹ ਆਹਰ ਕੀ ਹੋਊ? ਨਿਰੰਕਾਰ ਨੂੰ ਯਾਦ ਕਰਨ ਦਾ। ਸੋ ਇਹ ਆਹਰ ਸੋਚੋ ਕੀ ਸੁਭਾਵ ਲਵੇਗਾ। ਮਨਸੁਖ, ਮੈਂ ਸਮਝਿਆ। ਇਸ ਕੰਮ ਵਿੱਚ ਉਸ ਦੀ ਬਾਹਰ ਨੂੰ ਧਾਵਣ ਦੀ ਕਿਰਿਆ ਰੁਕ ਕੇ ਅੰਦਰੇ ਆਪਣੇ ਨਿੱਕੇ ਜਿਹੇ ਘੇਰੇ ਵਿੱਚ ਹੀ ਟਿਕਣ ਦਾ ਸੁਭਾਵ ਸਿੱਖੇਗਾ ਤੇ ਸਾਡੇ ਚੇਤੇ ਵਿੱਚ ਵਸ ਜਾਏਗਾ ਨਿਰੰਕਾਰ। ਭਗੀਰਥ, ਠੀਕ ਹੈ। ਅੰਦਰਲੇ ਮਨ ਦੀ ਆਪਣੇ ਹੀ ਨੁਕਤੇ ਉੱਤੇ ਆਪਣੇ ਵਿੱਚ ਰਹਿਣ ਦੀ ਜਾਚ ਮਨ ਨੂੰ ਆਉਣ ਲੱਗ ਜਾਵੇਗੀ। ਫਿਰ ਸੋਚੋ, ਉਹ ਯਾਦ ਕਿਸ ਨੂੰ ਯਾਦ ਕਰ ਰਹੀ ਹੈ? ਕਿਸੇ ਬਾਹਰਲੇ ਵਿਸ਼ੇ ਨੂੰ ਨਹੀਂ, ਬਾਹਰਲੇ ਪਦਾਰਥ ਨੂੰ ਨਹੀਂ। ਉਹ ਅੰਦਰ ਆਪਣੇ ਦੇਖਣਹਾਰ ਨਿਰੰਕਾਰ ਨੂੰ ਯਾਦ ਕਰ ਰਹੀ ਹੈ। ਸੋ ਮਨ ਸਿਮਰਨ ਨਾਲ ਬਾਹਰ ਧਾਵਣੋਂ ਰੁਕਿਆ ਤੇ ਯਾਦ ਕਰ ਰਿਹਾ ਹੈ ਦੇਖਣਹਾਰ ਨੂੰ। ਇਉਂ ਸੰਨੇ ਸੰਨੇ ਮਨ ਉਸ ਵਿੱਚ ਸਮਾਉਣ ਦਾ ਰੁਖ ਪਕੜੇਗਾ ਤੇ ਉਸ ਦਾ ਰੁਖ ਹੁੰਦਾ ਜਾਏਗਾ ਦੇਖਣਹਾਰ। ਮਨ ਜਿਸ ਵਿੱਚ ਸੀ ਸੰਸਾਰ ਤੇ ਜੋ ਸੀ ਸੰਸਾਰ ਵਿੱਚ, ਉਸ ਵਿੱਚ ਵਸ ਗਿਆ ਨਿਰੰਕਾਰ। ਕਿਉਂਕਿ ਮਨ ਨੂੰ ਆਪਣੇ ਅੰਤਰਮੁਖ ਰੁਖ ਵਿੱਚ ਟਿਕਾਵ ਹੋਇਆ ਹੈ ਤੇ ਉਸ ਵਿੱਚ ਭਾਵ ਆਇਆ ਹੈ ਨਿਰੰਕਾਰ ਦਾ, ਜੋ ਉਸ ਦਾ ਮੂਲ ਹੈ, ਤਾਂ ਉਹ ਆਪਣੇ ਮੂਲ ਵਿੱਚ ਜੁੜ ਕੇ ਸਦਾ ਮੇਲ ਵਿੱਚ ਚਲਾ ਜਾਏਗਾ। ਸਤਿਗੁਰੂ ਜੀ ਸਾਨੂੰ ਫਰਮਾਇਆ ਕਰਦੇ ਹਨ ਕਿ ਸਾਡਾ ਅੰਦਰਲਾ ਜੀਵ ਤੱਤ ਨਿਰਮਲ ਹੋ ਤੇ ਆਪੇ ਵਿੱਚ ਟਿਕ ਕੇ ਪਰਮ ਤੱਤ ਜੋ ਨਿਰੰਕਾਰ ਹੈ ਉਸ ਵਿੱਚ ਜੁੜੇ। ਇਸ ਦਾ ਨਾਮ ਕਲਿਆਣ ਹੈ। ਹੁਣ ਸੋਚੋ ਕਿ ਕੈਸਾ ਸੌਖਾ, ਹਰ ਕਿਸੇ ਦੀ ਸਮਝੇ ਪੈ ਜਾਣ ਵਾਲਾ ਤੇ ਹਰ ਇੱਕ ਤੇ ਕਰਨ ਵਾਲਾ ਕੰਮ ਹੈ ਕਿ ਨਹੀਂ? ਮਨਸੁਖ, ਗੱਲ ਦਿਲ ਲੱਗੀ ਹੈ। ਸੌਖਾ ਹੈ ਸਮਝ ਜੋਗਾ, ਸੌਖਾ ਲੱਗਦਾ ਹੈ ਕਰਨ ਜੋਗਾ, ਪਰ ਕਰਕੇ ਵੇਖੀਏ ਕਿ ਕਿਵੇਂ ਪ੍ਰਾਪਤੀ ਤੱਕ ਅਪਣਾਉਂਦਾ ਹੈ। ਭਗੀਰਥ, ਹਾਂ, ਇੱਕ ਸਤਿਗੁਰੂ ਜੀ ਦਾ ਹੋਰ ਵਾਅਦਾ ਹੈ। ਆਖਦੇ ਹਨ, ਕਰੋ ਏਕਾਰ, ਇੱਥੇ ਸੁਖੀ ਹੋ ਜਾਓ, ਫਿਰ ਆਸ ਕਰਨੀ ਅੱਗੇ ਵੀ ਸੁਖੀ ਹੋ ਸਾ। ਆਪ ਉਹਨਾਂ ਸਾਧਨਾਂ ਨੂੰ ਪਸੰਦ ਨਹੀਂ ਕਰਦੇ ਜੋ ਇੱਥੇ ਤਾਂ ਕਰੀ ਚਲੋ ਕਰਮ ਮਾਤਰ ਤੇ ਆਸ ਰੱਖੋ ਕਿ ਅੱਗੇ ਚੱਲ ਕੇ ਫਲ ਮਿਲੇਗਾ। ਨਾ ਉਹਨਾਂ ਗੱਲਾਂ ਨੂੰ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਇੱਥੇ ਕੁਛ ਨਾਟਕ ਚੇਟਕ ਵਿਭੂਤੀ ਮਿਲ ਜਾਏ ਤੇ ਆਤਮਾ ਜਾਂ ਰੂਹ ਸਾਡੀ ਪਰਮ ਪਦ ਤੇ ਨਾ ਪੜੇ ਤੇ ਅੱਗੇ ਦੇ ਸੁੱਖ ਦੀ ਤਸੱਲੀ ਨਾ ਬੱਝੇ। ਆਪ ਦੋਹੀਂ ਜਹਾਨੀ ਸੁੱਖ ਦਾ ਉਪਰਾਲਾ ਕਰਨਾ ਦੱਸਦੇ ਹਨ। ਫਿਰ ਨਵੀਂ ਤੇ ਅਨੋਖੀ ਗੱਲ ਇਹ ਹੈ ਕਿ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਦੀ ਨਿੰਦਾ ਨਹੀਂ ਕਰਦੇ, ਹਰ ਗੱਲ ਦੇ ਹਰ ਸਾਧਨ ਤੇ ਤਜਰਬੇ ਨਾਲ ਜਾਣੂ ਹਨ ਤੇ ਜਦ ਰਾਏ ਦਿੰਦੇ ਹਨ ਤਦ ਆਪਣੇ ਅਨੁਭਵ ਦੀ
ਤੇ ਨਿੱਜ ਦੇ ਤਜਰਬੇ ਦੀ ਦਿੰਦੇ ਹਨ। ਇਹ ਵੀ ਕਈ ਵਾਰ ਕਹਿੰਦੇ ਹਨ ਕਿ ਭਾਈਚਾਰਾ ਦੁਖੀ ਹੈ। ਚੰਗੇ ਲੋਕ ਸਾਧੂ ਹੋ ਕੇ ਤਿਆਗ ਧਾਰ ਕੇ ਘਰਾਂ ਤੋਂ ਟੁਰ ਜਾਂਦੇ ਹਨ, ਪਰ ਸਾਰੇ ਕਿੱਥੇ ਟੁਰ ਜਾਣ? ਜੇ ਭਲਾ ਸਾਰੇ ਤਿਆਗੀ ਹੋ ਜਾਣ ਤਾਂ ਤਿਆਗੀਆਂ ਦੀ ਮਧੂਕੜੀ ਤੇ ਚਾਦਰਾ ਕਿੱਥੋਂ ਆਵੇ? ਇਸ ਨਾਲੋਂ ਇਹ ਚੰਗਾ ਹੈ ਕਿ ਤਿਆਗ ਪਸੰਦ ਲੋਕ ਮਨ ਦਾ ਤਿਆਗ ਕਰਨ, ਭਾਈਚਾਰੇ ਦੇ ਵਿੱਚ ਵਸਣ, ਗਰੀਬਾਂ ਲਈ ਧਨ ਦੀ, ਮਨ ਦੀ ਸਹਾਇਤਾ ਕਰਕੇ ਨਿਜ ਨੂੰ ਤਿਆਗ ਵਿੱਚ ਰੱਖਣ। ਉਹਨਾਂ ਦੀ ਨਿਰਮਲ ਬੁੱਧੀ ਨਾਲ ਭਾਈਚਾਰਾ ਉੱਚਾ ਹੋ ਜਾਵੇ। ਉਹ ਕਸ਼ਟ ਜੋ ਭਾਈਚਾਰੇ ਨੂੰ ਪਏ ਹਨ, ਜਿਸ ਨੂੰ ਇਕੱਲਾ ਦੁਕੱਲਾ ਦੂਰ ਨਹੀਂ ਕਰ ਸਕਦਾ, ਭਾਈਚਾਰਾ ਹੀ ਉਚੇਰਾ ਹੋ ਕੇ ਦੂਰ ਕਰੇ। ਇਸ ਕਰਕੇ ਉਹ ਸਾਧਨਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨਾਲ ਕਿ ਮਨੁੱਖ ਭਾਈਚਾਰੇ ਨਾਲੋਂ ਅਵਸ਼ੋ ਟੁੱਟ ਕੇ ਅਲੱਗ ਜਾ ਬੈਠੇ। ਉਹ ਚਾਹੁੰਦੇ ਹਨ ਕਿ ਇੱਕ ਜੀਵ ਦਾ ਉਧਾਰ ਹੋਵੇ ਤੇ ਐਸੇ ਉਧਾਰੇ ਜੀਵਾਂ ਦੇ ਸਤਸੰਗ ਨਾਲ ਭਾਈਚਾਰੇ ਦਾ ਵੀ ਉਧਾਰ ਹੋਵੇ। ਹਾਂਜੀ, ਐਸੇ ਉਧਾਰੇ ਜੀਵਾਂ ਦੇ ਸਤਸੰਗ ਨਾਲ ਭਾਈਚਾਰੇ ਦਾ ਵੀ ਉਧਾਰ ਹੋਵੇ। ਫਿਰ ਸਾਧਨ ਐਸਾ ਹੋਵੇ ਕਿ ਰੋਟੀ ਵੱਲੋਂ ਬੇਫਿਕਰੀ ਆਦਮੀ ਵੀ ਕਰ ਸਕੇ ਤੇ ਸਾਰਾ ਦਿਨ ਬੌਲਦਾਂ ਦੇ ਮਗਰ ਟੁਰਨ ਵਾਲਾ ਰਾਹਕ ਵੀ ਕਰ ਸਕੇ। ਮਨਸੁਖ ਕਿਵੇਂ? ਭਗੀਰਥ ਸਾਈਂ ਦੀ ਯਾਦ ਨਾਲ। ਹਾਂ, ਉਹ ਕਹਿੰਦੇ ਹਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰੋ, ਇੱਕ ਪਹਿਰ ਕਰੋ, ਇੱਕ ਘੜੀ ਕਰੋ, ਅੱਧੀ ਘੜੀ ਕਰੋ, ਅੱਧੀ ਤੋਂ ਅੱਧੀ ਕਰੋ, ਜਿੰਨੀ ਸਰੇ ਕਰੋ। ਦੱਸੋ ਇੰਨਾ ਸਮਾਰ ਕੋਈ ਕੱਢ ਸਕਦਾ ਹੈ ਕਿ ਨਹੀਂ? ਫਿਰ ਫਰਮਾਉਂਦੇ ਹਨ ਉੱਠਦੇ ਬੈਠਦੇ ਟੁਰਦੇ ਫਿਰਦੇ ਉਸਦੇ ਨਾਮ ਨੂੰ ਰਸਨਾ ਤੇ ਵਸਾਓ। ਰਸਨਾ ਤੋਂ ਨਾਮ ਸਹਿਜੇ ਸਹਿਜੇ ਆਪਣੇ ਆਪ ਮਨ ਵਿੱਚ ਉਤਰ ਜਾਏਗਾ। ਇੱਕ ਦ੍ਰਿਸ਼ਟਾਂਤ ਹੈ ਤਾਂ ਹਾਸੇ ਵਾਂਗੂ, ਪਰ ਸਮਝਣ ਲਈ ਚੰਗਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਜੀਭ ਤੇ ਰੱਖੀ ਰੋਟੀ ਦੀ ਗਰਾਹੀ ਚਿੱਥਦਿਆਂ ਆਪੇ ਹੇਠਾਂ ਉਤਰ ਜਾਂਦੀ ਹੈ, ਕਿਸੇ ਲੱਕੜੀ ਕੇ ਉਂਗਲੀ ਨਾਲ ਹੇਠਾਂ ਨਹੀਂ ਤਕੀਦੀ, ਤਿਵੇਂ ਨਾਮ ਰਸਨਾ ਤੋਂ ਆਪੇ ਮਨ ਵਿੱਚ ਵਸ ਜਾਂਦਾ ਹੈ। ਜਿਵੇਂ ਅੰਦਰ ਲੰਘ ਗਏ ਅੰਨ ਤੋਂ ਸਾਡੇ ਕੁਵਤ ਗੈਰ ਇਰਾਦੀ ਵਾਲੇ ਯਾਨੀ ਅੰਦਰਲੇ ਬੇਖਬਰੀ ਚੇਤਨਾ ਵਾਲੇ ਮਨ ਨੇ ਉਸ ਤੋਂ ਹੀ ਅੰਗ ਪ੍ਰਤੀ ਅੰਗ ਸਰੀਰ ਦੇ ਸਾਰੇ ਸਮਾਨ ਬਣਾ ਕੱਢਨੇ ਹਨ, ਤਿਵੇਂ ਰਸਨਾ ਤੇ ਸਦਾ ਵਸਾਇਆ ਨਾਮ ਮਨ ਵਿੱਚ ਲੈ ਜਾਏਗਾ। ਮਨ ਵਿੱਚ ਜਾ ਕੇ ਮਨ ਦਾ ਸਿਮਰਨ ਯਾਨੀ ਯਾਦ ਬਣ ਜਾਏਗਾ ਤੇ ਯਾਦ ਪਿਆਰ ਭਾਵ ਬਣ ਜਾਏਗੀ। ਇਹ ਭਾਵ ਮੇਲ ਵਿੱਚ ਰੱਖੇਗਾ। ਹੁਣ ਤੱਕੋ ਹਲ ਵਾਹੁੰਦਾ ਜ਼ਿਮੀਦਾਰ ਤੇ ਹੱਟੀ ਬੈਠਾ ਵਪਾਰੀ ਤੇ ਨੌਕਰੀ ਪੇਸ਼ਾ ਸਾਰੇ ਹੀ ਜੇ ਅੰਦਰੋਂ ਰੁਖ ਯਾਦ ਵੱਲ ਰੱਖਣ ਤਾਂ ਕਿਸੇ ਕਿਤੇ ਵਿੱਚ ਫਰਕ ਪੈਂਦਾ ਹੈ? ਮਨਸੁਖ ਜ਼ਮੀਂਦਾਰ ਨੂੰ ਤਾਂ ਘੱਟ ਪੈਂਦਾ ਹੈ, ਪਰ ਸੋਚ ਵਾਲੇ ਕੰਮਾਂ ਵਿੱਚ ਕੁਝ ਪਊ ਕਿਉਂ? ਭਗੀਰਥ ਠੀਕ ਕਿਹਾ ਨੇ, ਪਰ ਹਰ ਕਮਾਉਣ ਵਾਲੇ ਨੂੰ ਕੰਮ ਕਰਦਿਆਂ ਸੋਚਦਿਆਂ ਸਾਰਾ ਦਿਨ ਵਿੱਚੋਂ ਵਿਹਲ ਮਿਲਦੀ ਰਹਿੰਦੀ ਹੈ। ਜਿਵੇਂ ਵਪਾਰੀ ਦੇ ਇੱਕ ਗਾਹਕ ਦੇ ਜਾਣ ਤੇ ਦੂਸਰੇ ਦੇ ਆਉਣ ਵਿੱਚ ਸਮਾਂ ਮਿਲਦਾ ਹੈ, ਉਹ ਕੰਮਾਂ ਵਾਲੇ ਸਮੇਂ ਵਿੱਚੋਂ ਵਿਹਲ ਦੀਆਂ ਮਿਲਦੀਆਂ ਵਿੱਥਾਂ ਨੂੰ ਸੰਭਾਲੇ ਤਾਂ ਦੇਖੋ ਕਿੰਨਾ ਸਮਾਂ ਮਿਲਦਾ ਹੈ। ਇਸ ਤਰ੍ਹਾਂ ਵੇਲ ਵਾਲੇ ਸਮਿਆਂ ਵਿੱਚ ਸੰਭਾਲਾ ਕਰਦਿਆਂ ਯਾਦ ਮਨ ਵਿੱਚ ਲੈ ਕੇ ਕਿਸੇ ਸੁਰਤ ਦੇ ਡੂੰਘੇ ਪਰਤਾਂ ਵਿੱਚ ਬੈਠ ਜਾਂਦੀ ਹੈ। ਜਿੱਥੇ ਸਾਡੇ ਮਨ ਦੇ ਹੇਠਲੇ ਪਰਤ ਵਿੱਚ ਸੰਸਕਾਰ ਵਸਦੇ ਹਨ, ਉੱਥੇ ਨਾਮ ਜਾ ਵਸਦਾ ਹੈ ਤੇ ਉੱਥੇ ਗਿਆ ਫਿਰ ਆਪੇ ਜਾਰੀ ਰਹਿੰਦਾ ਹੈ। ਫਿਰ ਤਾਂ ਪ੍ਰਾਣਾਂ ਦਾ ਸਰੀਰ ਦਾ ਰੁਖ ਵੀ ਨਾਮ ਵਾਲਾ ਹੋ ਜਾਂਦਾ ਹੈ। ਦਾਤਾ ਜੀ ਕਈ ਵੇਰ ਫਰਮਾਇਆ ਕਰਦੇ ਹਨ ਕਿ ਨਾਮ ਪ੍ਰਾਣਾਂ ਵਿੱਚ ਵਸ ਗਿਆ, ਜਨਮ ਕੱਟ ਜਾਂਦਾ ਹੈ। ਮਨਸੁਖ ਸਮਝਿਆ ਹਾਂ, ਪਰ ਇੱਕ ਗੱਲ ਫਿਰ ਸਮਝਾਓ ਕਿ ਮਨ ਦਾ ਬੇਖਬਰੀ ਚੇਤਨਾ ਵਾਲੇ ਤੇ ਸੰਸਕਾਰਾਂ ਵਾਲੇ ਥਾਂ ਤੋਂ ਤੁਸਾਂ ਦਾ ਕੀ ਅਰਥਾਵ ਹੈ? ਭਗੀਰਥ ਦੇਖੋ ਨਾ, ਰੋਟੀ ਜੋ ਖਾਂਦਿਆਂ ਸਾਨੂੰ ਪਤਾ ਹੈ ਕਿ ਖਾ ਰਹੇ ਹਾਂ, ਜਦ ਪੇਟ ਵਿੱਚ ਚਲੀ ਗਈ ਤਾਂ ਪਤਾ ਨਹੀਂ ਕੀ ਹੋ ਰਿਹਾ ਹੈ।
ਆਪੇ ਹੀ ਪਚਦੀ ਹੈ ਤੇ ਲਹੂ ਮਿੱਝ ਮਾਸ ਹੱਡੀ ਮਗਜ਼ ਅੱਖਾਂ ਹੱਥ ਪੈਰ ਪਈ ਬਣਦੀ ਹੈ। ਕੋਈ ਬੇਖਬਰੀ ਚੇਤਨਾ ਦਾ ਪਰਤ ਹੈ ਨਾ ਅੰਦਰ ਜੋ ਇਹ ਕੰਮ ਕਰ ਰਿਹਾ ਹੈ। ਸਾਡੇ ਦਾਨੇ ਆਖਦੇ ਹਨ ਕਿ ਮਨ ਦੀ ਕੁਵਤ ਤੇ ਗੈਰ ਇਰਾਦੀ ਵਾਲੀ ਸਤਿਆ ਇਹ ਕੰਮ ਕਰ ਰਹੀ ਹੈ। ਸੋ ਸੋਚ ਲਓ ਕਿ ਸਾਡੇ ਮਨ ਦੇ ਪਿੱਛੇ ਕੋਈ ਮਨ ਦਾ ਹੋਰ ਪਰਤ ਹੈ, ਨਾ ਕਿ ਜਿੱਥੇ ਜੋ ਆਪੇ ਪਿਆ ਕੰਮ ਕਰਦਾ ਹੈ ਸਾਥੋਂ ਅਣਜਾਣੇ। ਸੋ ਸੱਜਣ ਜੀ, ਨਾਮ ਜਪਦਿਆਂ ਜਦ ਸਿਮਰਨ ਬਣ ਜਾਂਦਾ ਹੈ ਤਾਂ ਸਿਮਰਨ ਹੋ ਕੇ ਮਨ ਦੇ ਇਹਨਾਂ ਡੂੰਘੇ ਪਰਤਾਂ ਵਿੱਚ ਚਲਾ ਜਾਂਦਾ ਹੈ ਤੇ ਫਿਰ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਫਿਰ ਇਉਂ ਭਾਸਦਾ ਹੈ ਕਿ ਸਾਡਾ ਮਨ, ਪ੍ਰਾਣ ਤੇ ਸਰੀਰ ਕਿਸੇ ਰੰਗ ਵਿੱਚ ਹਨ। ਹਾਂ ਜੀਓ, ਫਿਰ ਕੋਈ ਹੈ ਦਾ ਭਾਵ ਸਾਰੇ ਅੰਦਰ ਵਿਆਪ ਜਾਂਦਾ ਹੈ ਤੇ ਅੰਦਰ ਬੈਠਾ ਸਿਮਰਨ ਆਪੇ ਮਨ ਬੁੱਧ ਨੂੰ ਸਵੱਛ ਤੇ ਹੈ ਦੇ ਭਾਵ ਵਿੱਚ ਰੰਗ ਲੈਂਦਾ ਹੈ ਜਿਸ ਨੂੰ ਦਾਨੇ ਸਤ ਆਖਦੇ ਹਨ। ਸਤ ਦੀ ਲਖਤਾ ਹੋ ਆਉਂਦੀ ਹੈ। ਇਉਂ ਠੀਕ ਹੈ। ਮਨਸੁਖ, ਦਿਲ ਲੱਗਦੀਆਂ ਹਨ ਗੱਲਾਂ, ਪਰ ਸਵਾਦ ਤਾਂ ਕਰਕੇ ਹੀ ਆਸੀ ਨਾ। ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਹੁਣ ਬਰਸਾਂ ਤੋਂ ਕਰਦੇ ਹੋ ਨਾ, ਤੁਸਾਂ ਨੂੰ ਕਿਵੇਂ ਦਾ ਸੁਖ ਭਾਸਿਆ ਹੈ? ਭਗੀਰਥ, ਹਰ ਜੀਵ ਦੇ ਆਪਣੇ ਮੈਂ ਦੇ ਨੁਕਤੇ ਤੇ ਮੈਂ ਦੇ ਆਪਣੇ ਨਿਜ ਦੇ ਦਾਇਰੇ ਦੇ ਅੰਦਰ ਜੋ ਕੁਝ ਹੋ ਰਿਹਾ ਹੈ ਉਸੇ ਨੂੰ ਪਤਾ ਹੈ, ਦੂਸਰੇ ਨੂੰ ਉੱਥੇ ਦਖਲ ਨਹੀਂ। ਪਰ ਹਰ ਕੋਈ ਆਪਣੇ ਉੱਥੇ ਦੀ ਹੋ ਰਹੀ ਤੇ ਵਾਪਰੀ ਨੂੰ ਥੋੜਾ ਬਹੁਤ ਵਰਣਨ ਕਰ ਸਕਦਾ ਹੈ ਤੇ ਅਗਲਾ ਸੁਣਨ ਵਾਲਾ ਉਸ ਤੋਂ ਕੋਈ ਖਿਆਲ ਆਪਣਾ ਬਣਾ ਸਕਦਾ ਹੈ। ਸੋ ਇਉਂ ਚਾਹੋ ਤਾਂ ਦੱਸਦਾ ਹਾਂ, ਤੁਸੀਂ ਉਸ ਨੂੰ ਆਪਣਾ ਖਿਆਲ ਬਣਾ ਲੈਣਾ। ਉਹ ਇਉਂ ਹੈ ਕਿ ਮੇਰਾ ਮਨ ਤੇ ਇੰਦਰੇ ਹੁਣ ਅੱਗੇ ਵਾਂਗੂ ਧਾਂਵਦੇ ਨਹੀਂ। ਗੁਰੂ ਬਖਸ਼ੇ ਅਹੰਕਾਰ ਨਾ ਹੋ ਜਾਏ। ਗੁਰੂ ਮਿਹਰ ਦਾ ਸਦਕਾ ਕੁਛ ਐਵੇਂ ਦਾ ਹੋ ਰਿਹਾ ਹੈ ਕਿ ਇੰਦਰੇ ਭੋਗਾਂ ਵੱਲ ਭੱਜਦੇ ਘੱਟ ਹਨ। ਮਨ ਫੁਰਨਿਆਂ ਵੱਲ ਤੇ ਖਿਆਲੀ ਮਹਿਲ ਉਸਾਰਨ ਵੱਲ ਘੱਟ ਜਾਂਦਾ ਹੈ। ਸਿਮਰਨ ਵਿੱਚ ਲੱਗਦਾ ਹੈ। ਜੋ ਅੱਖਰ ਹਨ ਨਾਮ ਦੇ, ਜੋ ਉਪਦੇਸ਼ ਹੈ, ਨਾਮ ਹੈ ਅਰਥਾਤ ਸ਼ਬਦ ਜੋ ਗੁਰਾਂ ਨੇ ਬਖਸ਼ਿਆ ਹੈ, ਉਸ ਨੂੰ ਸੁਰਤ ਲਿਪਟਦੀ ਹੈ। ਜਿਵੇਂ ਗਾਵਣਹਾਰ ਦੀ ਹੇਕ ਲਿਪਟਦੀ ਹੈ ਸਾਜ਼ ਦੀ ਸੁਰਤ ਨੂੰ। ਅੰਦਰ ਇੱਕ ਹੈ ਦਾ ਭਾਵ ਹਰ ਵੇਲੇ ਰਹਿੰਦਾ ਹੈ ਤੇ ਅੰਦਰ ਇੱਕ ਸਵਸਥਤਾਈ ਉਪਜਦੀ ਹੈ, ਨਿਰਮਲਤਾਈ, ਹਲਕਾਪਨ, ਸਵਾਦ। ਫਿਰ ਕੀ ਆਖਾਂ, ਆਖਿਆ ਨਹੀਂ ਜਾਂਦਾ। ਆਪਾ ਸੋਹਣਾ, ਸੁਥਰਾ, ਹਲਕਾ ਤੇ ਸਵਸਥ ਲੱਗਦਾ ਹੈ ਆਪ ਨੂੰ। ਇਉਂ ਕਦੇ ਕਦੇ ਭਾਸਦਾ ਹੈ ਕਿ ਨਿਰਮਲ ਹੋਇਆ ਹੈ ਆਪਾ ਤੇ ਕਿਸੇ ਪ੍ਰਕਾਸ਼ ਨਾਲ ਮਿਲ ਕੇ ਮਾਨੋ ਚਮਕ ਰਿਹਾ ਹੈ। ਹੋਰ ਕੀ ਆਖਾਂ, ਕੁਛ ਅੱਗੋਂ ਕਿਹਾ ਨਹੀਂ ਜਾਂਦਾ। ਚਾਨਣਾ ਮਾਤਰ ਨਾ ਸਮਝ ਲੈਣਾ। ਜਾਣੇ ਸਤਿਗੁਰੂ, ਮੈਨੂੰ ਪਤਾ ਨਹੀਂ, ਪਰ ਮੈਂ ਸੁਖੀ ਹਾਂ, ਰਸ ਵਿੱਚ ਹਾਂ ਤੇ ਚਾਹੁੰਦਾ ਹਾਂ ਕਿ ਮੇਰੇ ਅੰਦਰਲੇ ਦਾ ਉਹ ਸੁਖ ਦਾ ਪ੍ਰਵਾਹ ਬਣਿਆ ਰਹੇ। ਮੈਨੂੰ ਉਸ ਅੰਦਰਲੀ ਨਿਰਮਲਤਾਈ ਵੇਲੇ ਵਿਕਾਰ ਤੇ ਭੋਗ ਮਹਿਲੇ ਭਾਸਦੇ ਹਨ ਤੇ ਉਹ ਸਵੱਛ ਹਾਲਤ ਬੜੀ ਵਾਂਛਤ ਤੇ ਡਾਢੀ ਲੋੜੀਂਦੀ ਲੱਗਦੀ ਹੈ। ਹੋਰ ਕਿਵੇਂ ਆਖਾਂ, ਮੈਂ ਦਾਤਾ ਜੀ ਦੀ ਮਿਹਰ ਨਾਲ ਸੁਖੀ ਹਾਂ। ਮਨਸੁਖ, ਸੁਖੀ ਹੁੰਦਾ ਹੈ ਮਨ ਤੇਰੇ ਬਚਨ ਸੁਣ ਕੇ। ਤੇਰਾ ਦਾਤਾ ਕੋਈ ਅਰਸ਼ੀ ਕੌਤਕ ਵਾਲਾ ਜਾਪਦਾ ਹੈ, ਪਰ ਮੈਂ ਭੇਖਿਆਂ ਕੋਲੋਂ ਥੱਕਾ ਹੋਇਆ ਹਾਂ ਜਿਨ੍ਹਾਂ ਦੇ ਮਗਰ ਲੱਖ ਲੱਖ ਆਦਮੀ ਹੈ ਤੇ ਜੋ ਹੱਥਾਂ ਤੇ ਸਰੋਂ ਜਮਾ ਦਿੰਦੇ ਹਨ, ਜਿਨ੍ਹਾਂ ਪਰ ਲੋਕੀ ਘੋਲੀ ਸਦਕੇ ਹੋ ਰਹੇ ਹਨ ਤੇ ਲੱਖਾਂ ਰੁਪਏ ਚਰਨਾਂ ਵਿੱਚ ਧਰਦੇ ਹਨ, ਪਰ ਮੈਂ ਉਹਨਾਂ ਦੇ ਨੇੜੇ ਹੋ ਕੇ ਪੋਲ ਹੀ ਤੱਕ ਕੇ ਮੁੜਿਆ। ਮੈਂ ਇਸ ਕਰਕੇ ਇਹ ਧਾਰੀ ਹੈ ਕਿ ਜੇ ਤਾਂ ਉਹਨਾਂ ਜਾਂਦੇ ਸਾਰ ਕਰਾਮਾਤ ਦਿਖਾਈ ਤਾਂ ਮਨਸ, ਜੋ ਪਤਿਆ ਮੈਂ ਲੈਣਾ ਹੈ ਮੈਂ ਮਨ ਧਾਰ ਲਿਆ ਹੈ, ਜੋ ਮੈਂ ਦੱਸਣਾ ਨਹੀਂ। ਜਾਣਦੇ ਸਾਰ, ਸਨਮੁਖ ਹੁੰਦੇ ਸਾਰ ਜੇ ਮੇਰੀ ਮਨ ਦੀ ਮੰਨੀ ਕਰ ਦਿਖਾਈਓ ਨੇ ਤਾਂ ਮੰਨ ਲੈ ਸਾਂ। ਭਗੀਰਥ, ਇਹ ਸੋਚਾਂ ਕੋਈ ਗੁਣਕਾਰ ਨਹੀਂ, ਕਰਾਮਾਤ ਉਹਨਾਂ ਅੱਗੇ ਵੱਡੀ ਗੱਲ ਨਹੀਂ।
ਗੁਰ ਅਵਤਾਰ ਹਨ। ਕਰਾਮਾਤ ਸਹਿਜੇ ਹੋ ਜਾਏ, ਸ਼ਰਮ ਕਰਕੇ ਮਹਾਂਪੁਰਖ ਨਹੀਂ ਕਰਿਆ ਕਰਦੇ। ਤੂੰ ਸਮੁੰਦਰ ਪਾਸੋਂ ਬੂੰਦ ਦੀ ਮੰਗ ਕੀਤੀ ਹੈ, ਉੱਥੇ ਤਾਂ ਰਤਨਾਂ ਦੇ ਨਿਧਾਨ ਭਰੇ ਪਏ ਹਨ। ਇੱਕ ਬੂੰਦ ਦੀ ਕੀ ਗੱਲ ਹੈ। ਪਰਤਾਵਾ ਲੈਣਾ ਚੰਗਾ ਨਹੀਂ, ਪਰ ਕਰ ਲੈ ਜੇ ਮਨ ਇਉਂ ਪਤੀਜ ਪਵੇ ਤਾਂ। ਮਨਸੁਖ, ਚੰਗਾ, ਮੈਂ ਤਾਂ ਇਹੋ ਧਾਰ ਲਈ ਹੈ, ਜੋ ਹੋਏ ਸੋ ਹੋਏ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।